ਪ੍ਰੀਤ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਮੈਂ ਅਮਨਪ੍ਰੀਤ ਤੁਹਾਡੇ ਲਈ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਹਾਂ। ਆਓ ਦੇਖੀਏ ਕਿਹੜੀਆਂ ਖਬਰਾਂ ਚਰਚਾ ਵਿੱਚ ਹਨ। ਪੈਟਰੋਲ ਦੀਆਂ ਕੀਮਤਾਂ ਵਿੱਚ ਅੱਜ ਮੁੜ ਵਾਧਾ ਹੋਇਆ ਹੈ। ਪੈਟਰੋਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਸਾਰੇ ਪੰਜਾਬ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ ਹੈ। ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਕੀਤਾ ਗਿਆ। ਸਮਾਜ ਸੇਵੀ ਸੰਸਥਾ ਨੇ ਰੋਸ ਜਤਾਇਆ ਕਿ ਪੈਟਰੋਲ ਦੀਆਂ ਕੀਮਤਾਂ ਵਧਣ ਦੇ ਨਾਲ ਮਹਿੰਗਾਈ ਬੇਕਾਬੂ ਹੋ ਗਈ ਹੈ। ਗੈਸ ਸਿਲੰਡਰ ਤੇ ਤੇਲ ਦੀਆਂ ਵਧੀਆਂ ਕੀਮਤਾਂ ਤੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਤੰਜ ਕੱਸਿਆ। ਬੱਤੀ ਗੁੱਲ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਵਿੱਚ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕੰਮ ਕਰਨ ਦੇ ਨਿਰਦੇਸ਼ ਦਿੱਤੇ ਨੇ। ਜ਼ਿਆਦਾ ਖਪਤ ਵਾਲੀ ਇੰਡਸਟਰੀ ਨੂੰ ਸਪਲਾਈ ਵਿੱਚ ਕਟੌਤੀ ਕਰਨ ਲਈ ਕਿਹਾ ਹੈ। ਪੰਜਾਬ ਵਿੱਚ ਲੱਗੇ ਬਿਜਲੀ ਦੇ ਕੱਟਾਂ ਦਾ ਮੁੱਦਾ ਚੁੱਕਿਆ ਗਿਆ ਹੈ, ਜਿਸ ਦਾ ਅਸਰ ਦੇਖਣ ਨੂੰ ਮਿਲਿਆ। ਖਬਰ ਤੋਂ ਬਾਅਦ ਪਾਵਰਕੌਮ ਨੇ ਇੰਡਸਟਰੀ ਲਈ ਸਰਕੂਲਰ ਜਾਰੀ ਕੀਤਾ ਤੇ 2 ਦਿਨਾਂ ਲਈ ਇੰਡਸਟਰੀ ਬੰਦ ਰੱਖਣ ਦਾ ਹੁਕਮ ਵੀ ਦਿੱਤਾ। ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਦੇ 32 ਕਿਸਾਨ ਸੰਗਠਨਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਤੇ ਕਿਹਾ ਕਿ ਜੇ 5 ਜੁਲਾਈ ਤੱਕ ਹਾਲਾਤ ਨਾ ਸੁਧਰੇ ਤਾਂ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਸੰਗਠਨ ਨੇ 6 ਜੁਲਾਈ ਨੂੰ ਪਟਿਆਲਾ ਵਿੱਚ ਮੁੱਖ ਮੰਤਰੀ ਰਿਹਾਇਸ਼ ਘੇਰਨ ਦੀ ਚੇਤਾਵਨੀ ਦਿੱਤੀ ਹੈ। ਪਠਾਨਕੋਟ ਵਿੱਚ ਭਾਜਪਾ ਨੇ ਬਿਜਲੀ ਬਿੱਲਾਂ ਦੇ ਮੁੱਦੇ ਤੇ ਸੂਬਾ ਸਰਕਾਰ ਨੂੰ ਘੇਰਿਆ। ਭਾਜਪਾ ਵਰਕਰਜ਼ ਨੇ ਜੰਮ ਕੇ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਸਪਲਾਈ ਸਭ ਤੋਂ ਮਹਿੰਗੀ ਹੈ ਤੇ ਬਿਜਲੀ ਦੇ ਕੱਟ ਵੀ ਸਭ ਤੋਂ ਵੱਧ ਲੱਗਦੇ ਨੇ। ਪੰਜਾਬ ਵਿੱਚ ਮਹਿੰਗੀ ਬਿਜਲੀ ਦਾ ਵੱਡਾ ਕਾਰਨ ਅਕਾਲੀ ਸਰਕਾਰ ਵੇਲੇ ਹੋਏ ਐਗਰੀਮੈਂਟ ਨੂੰ ਮੰਨਿਆ ਜਾਂਦਾ ਹੈ। ਕਾਂਗਰਸ ਦੇ ਵਿਧਾਇਕ ਹਰਜੋਤ ਕਮਲ ਨੇ ਕਿਹਾ ਕਿ ਐਗਰੀਮੈਂਟ ਇੰਨੇ ਸਟਰੋਂਗ ਨਹੀਂ ਸਨ, ਇਹਨਾਂ ਨੂੰ ਅਦਾਲਤ ਵਿੱਚ ਚੁਣੌਤੀ ਦੇਣਾ ਵੀ ਆਸਾਨ ਨਹੀਂ। ਬਿਆਸ ਵਿੱਚ ਮਾਈਨਿੰਗ ਵਾਲੀ ਥਾਂ ਤੇ ਰੇਡ ਕਰਨ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ FIR ਦਰਜ ਕੀਤੀ ਗਈ ਹੈ। FIR ਵਿੱਚ ਵਿਰਸਾ ਸਿੰਘ ਵਲਟੋਹਾ ਤੇ ਬੋਨੀ ਅਜਨਾਲਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਮਾਈਨਿੰਗ ਕੰਪਨੀ ਨੇ DGP ਕੋਲ ਸ਼ਿਕਾਇਤ ਕੀਤੀ ਹੈ। ਸੁਖਬੀਰ ਬਾਦਲ ਤੇ FIR ਦਰਜ ਹੋਣ ਤੇ ਅਕਾਲੀ ਦਲ ਨੇ ਕਾਂਗਰਸ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸਰਕਾਰ ਨੇ ਮਾਫੀਆ ਤੇ ਕਾਰਵਾਈ ਕਰਨ ਦੀ ਥਾਂ ਸੁਖਬੀਰ ਤੇ ਮਾਮਲਾ ਦਰਜ ਕੀਤਾ ਹੈ। ਇਸ ਨਾਲ ਮਾਈਨਿੰਗ ਮਾਫੀਆ ਨੂੰ ਸਰਕਾਰੀ ਸੁਰੱਖਿਆ ਦੀ ਗੱਲ ਸਾਬਿਤ ਹੋ ਜਾਂਦੀ ਹੈ। ਛੱਬੀ ਜਨਵਰੀ ਦੀ ਦਿੱਲੀ ਹਿੰਸਾ ਤੋਂ ਬਾਅਦ ਲੱਖਾ ਸਿਧਾਣਾ ਪਹਿਲੀ ਵਾਰ ਬਿਨਾਂ ਲੁਕੇ ਛਿਪੇ ਦਿੱਲੀ ਪਹੁੰਚਿਆ ਤੇ ਦਿੱਲੀ ਪੁਲਿਸ ਦੀ ਜਾਂਚ ਵਿੱਚ ਸ਼ਾਮਲ ਹੋਇਆ। ਜਾਂਚ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਲੱਖਾ ਸਿਧਾਣਾ ਨੇ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ। ਪ੍ਰਧਾਨ ਮਨਜਿੰਦਰ ਸਿਰਸਾ ਤੇ ਦਿੱਲੀ ਕਮੇਟੀ ਦੀ ਲੀਗਲ ਟੀਮ ਵੀ ਇਸ ਦੌਰਾਨ ਮੌਜੂਦ ਰਹੀ। ਲਾਲ ਕਿਲਾ ਹਿੰਸਾ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਦਰਬਾਰ ਸਾਹਿਬ ਨਮਸਤਕ ਹੋਏ ਅਤੇ ਇਸ ਮੌਕੇ ਸ਼੍ਰੋਮਣੀ ਕਮੇਟੀ ਨੇ ਜੁਗਰਾਜ ਨੂੰ ਸਨਮਾਨਿਤ ਕੀਤਾ ਤੇ 1 ਲੱਖ ਰੁਪਏ ਵੀ ਭੇਂਟ ਕੀਤੇ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਲੋਕਾਂ ਤੋਂ ਰਾਏ ਮੰਗੀ ਹੈ ਕਿ ਸਾਨੂੰ ਸੰਸਦ ਵੱਲ ਕੂਚ ਕਰਨਾ ਚਾਹੀਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਦੀ ਰਾਏ ਦੇ ਆਧਾਰ ਤੇ ਫੈਸਲਾ ਲਿਆ ਜਾਵੇਗਾ। ਇਸ ਮਹੀਨੇ ਸੰਸਦ ਦਾ ਸੈਸ਼ਨ ਸ਼ੁਰੂ ਹੋ ਸਕਦਾ ਹੈ। ਉਧਰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਸਾਨ ਅੰਦੋਲਨ ਤੇ ਵੱਡਾ ਐਲਾਨ ਦਿੰਦਿਆਂ ਕਿਹਾ ਕਿ ਅੰਦੋਲਨ ਦੇ ਨਾਮ ਤੇ ਕਿਸਾਨ ਹਿੰਸਕ ਹੋ ਰਹੇ ਨੇ। ਗਾਂਧੀ ਨਿਰਦੇਸ਼ ਵਿੱਚ ਹਿੰਸਕ ਅੰਦੋਲਨ ਨਹੀਂ ਚੱਲ ਸਕਦੇ। ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਲਿਆਉਣ ਦੀ ਤਿਆਰੀ ਵਿੱਚ ਹੈ। ਭਾਜਪਾ ਨੇਤਾ ਹਰਜੀਤ ਗਰੇਵਾਲ ਨੇ ਕਿਹਾ ਕਿ ਸਰਕਾਰ ਇਸੇ ਸੈਸ਼ਨ ਵਿੱਚ ਬਿੱਲ ਲੈ ਕੇ ਆਵੇਗੀ। ਕਿਸਾਨ ਸੰਗਠਨ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ। NCP ਮੁਖੀ ਸ਼ਰਦ ਪਵਾਰ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਤੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਜਾ ਸਕਦਾ, ਪਰ ਉਸ ਦੇ ਹਿੱਸੇ ਵਿੱਚ ਸੋਧ ਕਰਨੀ ਚਾਹੀਦੀ ਹੈ।
कैप्टन अमरिंदर सिंह ने लंच विच शहरी खेतरां नाल जुड़े कई मंत्री विधायक शामिल होए। मीटिंग दी शहरी हलकियां दे विकास नूं लैके चर्चा होई। पार्टी विच खबरां ਇਹ भी ने कि अंदरूनी खिच्चोताण नूं लैके विचारां होईयां। पंजाब विच दलित वोट बैंक नूं लैके सियासत तेज हुई है। आम आदमी पार्टी के पंजाब इंचार्ज जरनैल सिंह, बसपा के संस्थापक कांशी राम की भैन स्वर्ण कौर नूं मिलण लई उन्हां दे घर पुजे। स्वर्ण कौर ने कहा कि वो किसी भी सियासी पार्टी नाल नहीं जुड़नगे। कोटकपुरा गोलीकांड के खिलाफ श्रोमणी अकाली दल अमृतसर के प्रधान सिमरनजीत सिंह मान फरीदकोट पहुंचे, जिथे उन्होंने मोर्चा लाने की कोशिश की। इस दौरान पुलिस के वलों उन्होंने हिरासत विच ले लिया गया। जदों सिमरनजीत सिंह मान नूं हिरासत विच लिया गया तो दूजे पासे जथेदार ध्यान सिंह मंड ने उन्हां दे वलों इस गल की निखेधी की गई ते नाल ही कहा गया कि इस तरह हर किसी नूं अपने गुरु की बेअदबी का इंसाफ मंगण का हक है। सरकार नाल मीटिंग तो बाद सफाई कर्मचारियों वालों अपनी हड़ताल खत्म करने का ऐलान किया गया। मीटिंग दौरान ब्रह्म महिंद्रा ने 1 महीने दे विच मंगां हल करने का ऐलान किया है। कई सूबियां विच वैक्सीन की घाट की शिकायत मिलने तो बाद केंद्रीय सेहत मंत्री हर्षवर्धन ने कहा कि नेता ज़्यादा ऊर्जा योजना बनाउण विच लगाउण, ना कि लोकां विच दहशत फैलाउण विच। कोरोना वायरस की भारतीय वैक्सीन कोविशील्ड की मंग कई देशों में बढ़ती जा रही है। हुण यूरोपीय संघ के 7 देशों ते स्विट्जरलैंड ने कोविशील्ड नूं मानता दी है। हिमाचल विच डेल्टा प्लस का पहला केस सामने आया है। कांगड़ा विच 19 साला कुड़ी विच डेल्टा प्लस की पुष्टि हुई है। कुड़ी के संपर्क विच आउण वालियां दे सैंपल लए जा रहे हैं। पंजाब, हरियाणा ते चंडीगढ़ विच भी डेल्टा प्लस के केस मिल चुके ने। दिल्ली विच निजी स्कूली बच्चों के मापियां लई राहत भरी खबर है। सरकार ने निजी स्कूलों नूं 2020-21 लई फीस विच 15% कटौती करने लई कहा है। जम्मू कश्मीर के पुलवामा विच सुरक्षा बलों ते अतवादियों विचाले मुकाबला होया, जिस विच एक जवान जख्मी हो गया। फौज ने इलाके नूं घेर के अतवादियों की तलाश शुरू कर दी है। फाजिलका विच मुआवजे की मंग नूं लैके किसानां ने SDM दफ्तर के सामने प्रदर्शन किया ते खराब फसल लई मुआवजा मिलण तक धरना जारी रखने की चेतावनी दी है। गुरदासपुर के डेरा बाबा नानक रोड से टिप्पर ते कार विचाले भयानक टक्कर हो गई। हादसे में 4 व्यक्तियों की मौत हो गई ते 3 साला बच्ची जख्मी हो गई। परिवार गुरदासपुर तो कलानौर जा रहा सी। मोगा के पिंड जलालाबाद विच होए हादसे दौरान 2 कारां की आपस में जबरदस्त टक्कर हो गई, जिस तो बाद एक कार सड़क किनारे बने छप्पड़ विच जा डिगी ते 3 लोगों की मौत हो गई। कार विच 7 व्यक्ति सवार सन। जलंधर के एक हस्पताल विच महिला की मौत तो बाद परिवार ने हंगामा कर दिता। परिवार ने महिला नूं गलत टीका लगवाउण दे इल्जाम लगाए ने ते कहा कि हस्पताल वालों रखे बाउंसर्स ने उन्हां दी कुटमार भी की। लुधियाना विच ईरानी गैंग का खतरा पैदा हो गया है। लुधियाना विच ईरानी गैंग के कई मैंबर एक्टिव ने, जो नकली पुलिस ऑफिसर बन के लोगों नूं लुटदे ने। हुण गल करते हाँ इनेलो सुप्रीमो ते हरियाणा के साबका मुख मंत्री OP चौटाला दी, जो अज तिहाड़ जेल तो रिहा होणगे। JBT भर्ती घोटाले विच
ਚੌਟਾਲਾ ਦੀ ਸਜ਼ਾ ਪੂਰੀ ਹੋ ਗਈ ਹੈ। ਹੁਣ ਉਹਨਾਂ ਨੂੰ ਅਧਿਕਾਰਤ ਤੌਰ ਤੇ ਰਿਹਾ ਕਰ ਦਿੱਤਾ ਜਾਵੇਗਾ। ਕਰੀਬ 10 ਵਜੇ ਉਹ ਬਾਹਰ ਆਉਣਗੇ ਜੇਲ੍ਹ ਤੋਂ। ਚੌਟਾਲਾ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਇਨੈਲੋ ਦੇ ਸਮਰਥਕ ਇਕੱਠੇ ਹੋ ਰਹੇ ਨੇ। ਦਿੱਲੀ ਗੁਰੂਗ੍ਰਾਮ ਬਾਰਡਰ ਤੇ ਵੱਡੀ ਗਿਣਤੀ ਵਿੱਚ ਸਮਰਥਕ ਇਕੱਠੇ ਹੋ ਰਹੇ ਹਨ ਓਪੀ ਚੌਟਾਲਾ ਦਾ ਸਵਾਗਤ ਕਰਨ ਲਈ। ਡਰੋਨ ਦੇ ਹਮਲਿਆਂ ਨਾਲ ਨਜਿੱਠਣ ਲਈ ਸਮਰੱਥਾ ਵਿਕਸਿਤ ਕਰ ਰਹੀ ਹੈ ਭਾਰਤੀ ਫੌਜ। ਨਰਵਣੇ फौज मुखी जनरल MM नरवणे ने कहा है कि ड्रोन के आसानी नाल मिलन कारण सुरक्षा चुनौतियां बढ़ गईयां हन ਅਤੇ ਭਾਰਤੀ फौज खतरिਆਂ ਦਾ असरदार ढंग नाल सामना करन दी समर्था विकसित कर रही है। भावें ये खतरे देश वालों प्रायोजित होण ਜਾਂ देश ने खुद पैदा किए होण। एक थिंक टैंक विच दिते गए संबोधन विच जनरल नरवणे ने कहा कि सुरक्षा अदारियां नूं चुनौतियां की जानकारी है ਅਤੇ इन्हां नाल नजिठण लई कुछ कदम चुके गए हैं। जम्मू कश्मीर विच कंट्रोल लाइन के हालत ते भी फौज मुखी ने कहा कि भारत ते पाकिस्तान दीआं फौजां दरमियान फरवरी विच होए जंगबंदी समझौते तो बाद कंट्रोल लाइन ते कोई घुसपैठ नहीं हुई। घुसपैठ ना होने कारण कश्मीर विच अतवादियों की गिनती घट है ਅਤੇ अतवाद नाल संबंधित घटनावां भी घटियां हन। लोग सावधानी वरतन तां नहीं आवेगी कोरोना की तीजी लहर। एम्स मुखी भारत विच कोरोना वायरस की पहली ते दूजी लहर तो बाद संभावी तीजी लहर की चर्चा जोरां ते है। सूबा सरकारां पहलां तो ही संभावी तीजी लहर नाल नजिठण दीआं तैयारियां विच जुटियां हन। इस दौरान ऑल इंडिया इंस्टीट्यूट ऑफ मेडिकल साइंस के डायरैक्टर डॉक्टर रणदीप गुलेरिया ने महत्वपूर्ण जानकारी दी है। उन्होंने कहा कि जे लोग सावधानी वरतते हैं तो भारत एक वड्डी आबादी का टीकाकरण करने दे समर्थ हुंदा है तो शायद कोविड महामारी की तीजी लहर ना आवे। डॉक्टर गुलेरिया ने कहा कि ये इस गल ते निर्भर करता है कि असी किस तरह का व्यवहार करते हाँ। इसे तरह टीकियां के मिश्रण से अपने विचार दिंदे होए एम्स के डायरैक्टर ने कहा कि खुराक के मिश्रण से ज़्यादा डाटा की लोड़ है। जो अध्ययन सामने आए हैं उन्हां तो पता लगता है कि ये असरदार हो सकता है। देश में कोविड के एक्टिव केसां की गिनती से डॉक्टर गुलेरिया ने सलाह दी कि देश में कई अजिहे खेतर हैं जिथे पॉजिटिविटी रेट ज़्यादा है तो इस नूं फैलन तो रोकण लई हमलावर ढंग नाल नजिठण की लोड़ है। टीकाकरण साडे सारिਆਂ ਦੀ ਸਮੂਹਿਕ ਜ਼ਿੰਮੇਵਾਰੀ होनी चाहिए है। उप राष्ट्रपति एम वेंकैया नायडू ने कोविड-19 रोकू टीकाकरण के महत्व नूं दसदे होए कहा कि टीकाकरण साडे सारिਆਂ ਦੀ समूहिक जिम्मेवारी होनी चाहिए है ते सारे हितकारियों नूं मिल जुल के इस साल के अखीर तक सारिਆਂ नूं टीके लगाउण दा टीचा पूरा करना चाहिए है। डॉक्टर्स डे ते उप राष्ट्रपति ने कहा कि देश की आबादी के कुछ वर्गां खास तौर पर देहाती इलाकों में टीके प्रति झिझक नूं दूर करन दी बेहद लोड़ है। इस संबंधी फैले डर नूं भी दूर करना पवेगा। उन्होंने कहा कि टीकाकरण मुहिम नूं सच्चे अर्थां विच अखिल भारतीय जन अंदोलन विच बदल देना चाहिए है। नायडू ने डॉक्टर भाईचारे नूं भी अपील की कि वो लोगों विच जागरूकता पैदा करे ताकि वो टीका लगवाउण दी अहमियत नूं समझ सकन। बगदाद विच बंब धमाके विच 15 जख्मी। बगदाद के एक भीड़ भड़के वाले बाजार विच एक बंब धमाका होया जिस विच घट्टो घट 15 लोग जख्मी हो गए। इराक की फौज वालों ये जानकारी दी गई। फौज ने दस्या कि राजधानी के पूर्वी हिस्से के एक उपनगर सदर शहर विच मारीदी बाजार खेतर विच एक खोखे हेठां रखिया बंब फट गया। धमाके विच कई लोग मामूली तौर पर जख्मी होए। इलाज मिलने तो बाद ज़्यादातर जख्मी हस्पताल विच चले गए। सुरक्षा फोर्सेस ने इस घटना की जांच शुरू कर दी है। पुलिस ने इलाके की घेराबंदी कर ली है। अजे इस धमाके की जिम्मेवारी किसी ने नहीं ली पर अतवादी संगठन इस्लामिक स्टेट इस खेतर विच
ਪਹਿਲਾਂ ਵੀ ਅਜਿਹੇ ਹਮਲੇ ਕਰਦਾ ਰਿਹਾ ਹੈ। ਭੀੜ ਅਤੇ ਸੰਘਣੀ ਆਬਾਦੀ ਵਾਲੇ ਖੇਤਰ ਦੇ ਬਾਜ਼ਾਰ ਵਿੱਚ ਬੰਬ ਧਮਾਕੇ ਦੀ ਇਹ ਇਸ ਸਾਲ ਦੀ ਦੂਸਰੀ ਘਟਨਾ ਹੈ। ਡੈਲਟਾ ਸਮੇਤ ਕੋਰੋਨਾ ਦੇ ਹੋਰ ਵੇਰੀਐਂਟਸ ਵਿਰੁੱਧ ਕਾਫੀ ਕਾਰਗਰ ਹੈ ਜੌਨਸਨ ਐਂਡ ਜੌਨਸਨ ਦੀ ਵੈਕਸੀਨ, ਕੰਪਨੀ ਦਾ ਦਾਅਵਾ। ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਇਸ ਦੇ ਸਿੰਗਲ ਸ਼ਾਟ ਕੋਰੋਨਾ ਵਾਇਰਸ ਟੀਕੇ ਨੇ ਡੈਲਟਾ ਸਮੇਤ ਹੋਰ ਵੇਰੀਐਂਟਸ ਦੇ ਵਿਰੁੱਧ ਮਜ਼ਬੂਤ ਪ੍ਰਤੀਕਿਰਿਆ ਦਿਖਾਈ ਹੈ ਅਤੇ ਵਾਇਰਸ ਵਿਰੁੱਧ ਵਧੇਰੇ ਵਿਆਪਕ ਰੂਪ ਨਾਲ ਟਿਕਾਊ ਸੁਰੱਖਿਆ ਪ੍ਰਦਾਨ ਕਰਦਾ ਹੈ। ਹੈਲਥਕੇਅਰ ਕੰਪਨੀ ਨੇ ਕਿਹਾ ਕਿ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਟੀਕਾ ਲਗਾਇਆ ਗਿਆ ਸੀ ਉਹਨਾਂ ਦਾ ਇਮਿਊਨ ਸਿਸਟਮ ਘੱਟੋ ਘੱਟ 8 ਮਹੀਨੇ ਲਈ ਵਧਿਆ ਰਿਹਾ। ਇਹ ਟੀਕਾ 85% ਪ੍ਰਭਾਵਸ਼ਾਲੀ ਹੈ ਅਤੇ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਨੂੰ ਰੋਕਣ ਵਿੱਚ ਵੀ ਮਦਦਗਾਰ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਨੁਸਾਰ ਡੈਲਟਾ ਵੇਰੀਐਂਟ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਉੱਤੇ ਹਾਵੀ ਹੋਵੇਗਾ। ਇਸ ਸਮੇਂ ਵਿਸ਼ਵ ਦੇ 96 ਦੇਸ਼ਾਂ ਵਿੱਚ ਡੈਲਟਾ ਵੇਰੀਐਂਟ ਦੇ ਮਾਮਲੇ ਪਾਏ ਗਏ ਹਨ। ਸੀਮਤ ਜੀਨੋਮ ਦੀ ਤਰਤੀਬ ਸਮਰੱਥਾ ਦੇ ਕਾਰਨ ਅਸਲ ਅੰਕੜੇ ਵੱਧ ਹੋ ਸਕਦੇ ਹਨ। ਜੌਨਸਨ ਐਂਡ ਜੌਨਸਨ ਦੇ ਦਵਾਈਆਂ ਦੇ ਕਾਰੋਬਾਰ ਵਿੱਚ ਖੋਜ ਤੇ ਵਿਕਾਸ ਦੇ ਮੁਖੀ ਮਥਾਈ ਮੈਮਮ ਨੇ ਇੱਕ ਬਿਆਨ ਵਿੱਚ ਕਿਹਾ ਕਿ 8 ਮਹੀਨਿਆਂ ਦਾ ਹੁਣ ਤੱਕ ਦਾ ਅਧਿਐਨ ਕੀਤਾ ਗਿਆ ਅੰਕੜਾ ਦਰਸਾਉਂਦਾ ਹੈ ਕਿ ਜੌਨਸਨ ਐਂਡ ਜੌਨਸਨ ਦਾ ਇੱਕੋ ਸ਼ਾਟ ਕੋਰੋਨਾ ਵਾਇਰਸ ਵੈਕਸੀਨ ਲਈ ਮਜ਼ਬੂਤ ਨਿਊਟਰਲਾਈਜ਼ਿੰਗ ਐਂਟੀਬਾਡੀ ਪ੍ਰਤੀਕਿਰਿਆ ਪੈਦਾ ਕਰਦਾ ਹੈ, ਜੋ ਘਟਦਾ ਨਹੀਂ ਬਲਕਿ ਇਸ ਦੀ ਬਜਾਏ ਅਸੀਂ ਸਮੇਂ ਦੇ ਨਾਲ ਇਸ ਵਿੱਚ ਸੁਧਾਰ ਦੇਖਦੇ ਹਾਂ। US ਕੰਪਨੀ ਨੇ ਕਿਹਾ ਕਿ ਟੀਕਾ ਲੈਣ ਵਾਲੇ ਲੋਕਾਂ ਵਿੱਚ ਡੈਲਟਾ ਸਮੇਤ ਸਾਰੇ ਵੇਰੀਐਂਟਸ ਦੇ ਵਿਰੁੱਧ ਮਜ਼ਬੂਤ ਨਿਊਟਰਲਾਈਜ਼ਿੰਗ ਐਂਟੀਬਾਡੀ ਦੇਖਣ ਨੂੰ ਮਿਲਿਆ ਹੈ। ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ ਡੈਲਟਾ ਵੇਰੀਐਂਟ, ਯੂਰਪ ਵਿੱਚ ਤੀਜੀ ਲਹਿਰ ਦੀ ਚੇਤਾਵਨੀ। ਦੁਨੀਆ ਵਿੱਚ ਕੋਰੋਨਾ ਦੇ ਡੈਲਟਾ ਵੇਰੀਐਂਟ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਹ ਤੇਜ਼ੀ ਨਾਲ ਫੈਲ ਰਿਹਾ ਹੈ। ਵਿਸ਼ਵ ਸਿਹਤ ਆਰਗੇਨਾਈਜੇਸ਼ਨ ਨੇ ਕਿਹਾ ਕਿ ਇਹ ਵੇਰੀਐਂਟ 96 ਦੇਸ਼ਾਂ ਤੱਕ ਪਹੁੰਚ ਚੁੱਕਾ ਹੈ। ਨਾਲ ਹੀ ਖਬਰਦਾਰ ਕੀਤਾ ਗਿਆ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਕੋਰੋਨਾ ਦਾ ਇਹ ਬਹੁਤ ਇਨਫੈਕਟਡ ਰੂਪ ਦੁਨੀਆ ਭਰ ਵਿੱਚ ਹਾਵੀ ਹੋ ਜਾਵੇਗਾ। ਇਹ ਵੇਰੀਐਂਟ ਸਭ ਤੋਂ ਪਹਿਲਾਂ ਭਾਰਤ ਵਿੱਚ ਪਾਇਆ ਗਿਆ ਸੀ। WHO ਦੇ ਹਫ਼ਤਾਵਾਰੀ ਡਾਟਾ ਮੁਤਾਬਕ ਦੁਨੀਆ ਦੇ 96 ਦੇਸ਼ਾਂ ਵਿੱਚ ਡੈਲਟਾ ਵੇਰੀਐਂਟ ਦੇ ਮਾਮਲੇ ਪਾਏ ਗਏ। ਇਹ ਸੰਭਵ ਹੈ ਕਿ ਅਸਲੀ ਅੰਕੜਾ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਵਾਇਰਸ ਦੇ ਇਸ ਰੂਪ ਦੀ ਪਛਾਣ ਲਈ ਜੀਨੋਮ ਸੀਕੁਐਂਸਿੰਗ ਸਮਰੱਥਾਵਾਂ ਸੀਮਿਤ ਹਨ। ਕਈ ਦੇਸ਼ਾਂ ਨੇ ਕਿਹਾ ਕਿ ਉਹਨਾਂ ਦੇ ਇੱਥੇ ਡੈਲਟਾ ਦੇ ਕਾਰਨ ਇਨਫੈਕਸ਼ਨ ਵੱਧ ਰਿਹਾ ਹੈ। ਹਸਪਤਾਲਾਂ ਵਿੱਚ ਇਸ ਵੇਰੀਐਂਟ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੀ ਇਸ ਸਿਹਤ ਏਜੰਸੀ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਡੈਲਟਾ ਵੇਰੀਐਂਟ ਦੇ ਸਭ ਤੋਂ ਹਾਵੀ ਹੋਣ ਦਾ ਸ਼ੱਕ ਹੈ। ਪਿਛਲੇ ਹਫ਼ਤੇ WHO ਦੇ ਡਾਇਰੈਕਟਰ ਜਨਰਲ ਟੇਡਰਸ ਅਧਨੌਮ ਗੇਬ੍ਰੇਸਸ ਨੇ ਕਿਹਾ ਕਿ ਹੁਣ ਤੱਕ ਕੋਰੋਨਾ ਦੇ ਜਿੰਨੇ ਵੇਰੀਐਂਟਸ ਦੀ ਪਛਾਣ ਹੋਈ ਹੈ ਉਹਨਾਂ ਵਿੱਚੋਂ ਡੈਲਟਾ ਸਭ ਤੋਂ ਇਨਫੈਕਟਡ ਹੈ। ਇਹ ਵੇਰੀਐਂਟ ਉਹਨਾਂ ਲੋਕਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਜਿਨ੍ਹਾਂ ਨੂੰ ਕੋਰੋਨਾ ਰੋਕੂ ਟੀਕਾ ਨਹੀਂ ਲੱਗਾ। ਉਹਨਾਂ ਕਿਹਾ ਕੁਝ ਦੇਸ਼ਾਂ ਨੇ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ ਜਿਸ ਦੇ ਕਾਰਨ ਦੁਨੀਆ ਵਿੱਚ ਇਨਫੈਕਸ਼ਨ ਵੱਧ ਰਿਹਾ ਹੈ। ਤਾਜ਼ਾ ਡਾਟਾ ਮੁਤਾਬਕ ਅਲਫਾ ਵੇਰੀਐਂਟ ਦੇ ਮਾਮਲੇ 172 ਦੇਸ਼ਾਂ ਵਿੱਚ ਮਿਲੇ ਹਨ। ਬੀਟਾ ਦੇ 120 ਤੇ ਗਾਮਾ ਦੇ 72 ਦੇਸ਼ਾਂ ਵਿੱਚ ਮਾਮਲੇ ਪਾਏ ਗਏ ਹਨ। ਕੈਨੇਡਾ ਦੀਆਂ ਸੁਰਖੀਆਂ। ਕੈਂਸਲ ਕੈਨੇਡਾ ਡੇ ਰੈਲੀ ਵਿੱਚ ਹਜ਼ਾਰਾਂ ਲੋਕਾਂ ਨੇ ਲਿਆ ਹਿੱਸਾ। 1 ਜੁਲਾਈ ਨੂੰ ਡਾਊਨਟਾਊਨ ਓਟਵਾ ਵਿੱਚ ਪਾਰਲੀਮੈਂਟ ਹਿੱਲ ਉੱਤੇ ਲਾਲ ਤੇ ਚਿੱਟੇ ਰੰਗ ਦੀਆਂ ਸ਼ਰਟਸ ਦੀ ਥਾਂ ਉੱਤੇ ਲੋਕ ਸੰਤਰੀ ਰੰਗ ਦੀਆਂ ਸ਼ਰਟਸ ਪਾ ਕੇ ਪਹੁੰਚੇ। ਇਸ ਦੌਰਾਨ 3 ਰੈਜ਼ੀਡੈਂਸ਼ੀਅਲ ਸਕੂਲਜ਼ ਨੇੜਿਓਂ ਮਿਲੀਆਂ ਵਿਦਿਆਰਥੀਆਂ ਦੀਆਂ ਕਬਰਾਂ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਕੈਨੇਡਾ ਡੇ ਦੇ ਜਸ਼ਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇੰਡੀਜੀਨੀਅਸ ਸਰਵਿਸਿਜ਼ ਕੈਨੇਡਾ ਦੀ ਬਿਲਡਿੰਗ ਤੋਂ ਲੈ ਕੇ ਪਾਰਲੀਮੈਂਟ ਹਿੱਲ ਤੱਕ ਦੇ ਮਾਰਚ ਦਾ ਆਯੋਜਨ ਐਨਿਸ਼ਨਾਬੇ ਨੇਸ਼ਨ ਤੇ ਇੰਡੀਜੀਨੀਅਸ ਲੋਕਾਂ ਦੇ ਅਧਿਕਾਰਾਂ ਲਈ ਲੜਨ ਵਾਲੇ ਗਰੁੱਪ ਆਈਡਲ ਨੋ ਮੋਰ ਵੱਲੋਂ ਕੀਤਾ ਗਿਆ ਸੀ। ਆਪਣੀ ਵੈਬਸਾਈਟ ਉੱਤੇ ਆਈਡਲ ਨੋ ਮੋਰ ਨੇ ਆਖਿਆ ਕਿ ਇਹ ਰੈਲੀ ਕੈਨੇਡੀਅਨਸ ਰੈਜ਼ੀਡੈਂਸ਼ੀਅਲ ਸਕੂਲਜ਼ ਵਿੱਚ ਗਈਆਂ ਸੈਂਕੜੇ ਬੱਚਿਆਂ ਦੀਆਂ ਜਾਨਾਂ
ਦੇ ਸਨਮਾਨ ਵਿੱਚ ਕੱਢੀ ਗਈ। ਫੇਸਬੁੱਕ ਉੱਤੇ ਇੱਕ ਬਿਆਨ ਵਿੱਚ ਆਖਿਆ ਗਿਆ ਕਿ ਅਸੀਂ ਕੈਨੇਡਾ ਵਿੱਚ ਇੰਡੀਜੀਨੀਅਸ ਲੋਕਾਂ ਦੀ ਹੋ ਰਹੀ ਨਸਲਕੁਸ਼ੀ ਦੇ ਜਸ਼ਨ ਨਹੀਂ ਮਨਾਵਾਂਗੇ। ਪਾਰਲੀਮੈਂਟ ਹਿੱਲ ਵੱਲ ਜਾਣ ਵਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸੰਤਰੀ ਰੰਗ ਦੀਆਂ ਸ਼ਰਟਸ ਪਾਈਆਂ ਹੋਈਆਂ ਸਨ ਤੇ ਉਹ ਕੈਨੇਡਾ ਸ਼ਰਮ ਕਰੋ, ਨਸਲਕੁਸ਼ੀ ਕੋਈ ਮਾਣ ਵਾਲੀ ਗੱਲ ਨਹੀਂ, ਉਹਨਾਂ ਨੂੰ ਘਰ ਲਿਆਓ ਵਰਗੇ ਨਾਅਰੇ ਲਾ ਰਹੇ ਸਨ। ਪੀਸ ਟਾਵਰ ਤੇ ਓਟਵਾ ਦੀਆਂ ਇਮਾਰਤਾਂ ਉੱਤੇ ਲੱਗੇ ਕੈਨੇਡੀਅਨ ਝੰਡੇ ਸਸਕੈਚੁਅਨ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਰੈਜ਼ੀਡੈਂਸ਼ੀਅਲ ਸਕੂਲਸ ਦੀਆਂ ਇਮਾਰਤਾਂ ਦੇ ਬਾਹਰ ਮਿਲੀਆਂ ਇੰਡੀਜੀਨੀਅਸ ਬੱਚਿਆਂ ਦੀਆਂ ਕਬਰਾਂ ਦੇ ਸੰਦਰਭ ਵਿੱਚ ਅੱਧੇ ਝੁਕੇ ਹੋਏ ਸਨ। ਡਾਊਨਟਾਊਨ ਓਟਵਾ ਵਿੱਚ ਇਸ ਰੈਲੀ ਕਾਰਨ ਸੜਕਾਂ ਬੰਦ ਰੱਖੀਆਂ ਗਈਆਂ। ਕੈਂਸਲ ਕੈਨੇਡਾ ਡੇ ਮਾਰਚ ਤੇ ਰੈਲੀਆਂ ਦੇਸ਼ ਭਰ ਵਿੱਚ ਕਈ ਥਾਈਂ ਕੱਢੀਆਂ ਗਈਆਂ। इंसुलिन खोज की 100वीं बरेगंढ ते डायबिटीज़ बिल C-237 पास होके कैनेडा का एक होर नवा कानून बनया। इंसुलिन की 100वीं बरेगंढ ते ब्रैम्पटन साउथ MP सोनिया सिद्धू की मेहनत रंग लियाई है अते उन्हां वालों संसद विच पेश किया बिल C-237 पास होके कानून बन गया है। बीती शाम नूं बिल C-237 नूं रॉयल असेंट मिलिया, जिस तो बाद इस नूं कैनेडा भर विच लागू किया जाएगा अते सेहत मंत्री वालों इस ते रिपोर्ट बना के संसद विच पेश की जानी है। ये बिल शुगर के रोगियों लई खास महत्व इसलिए रखता है क्योंकि इस विच डायबिटीज़ लई कौमी पद्धर ते फ्रेमवर्क बनाउण दी मंग की गई है। सिर्फ इन्ना ही नहीं, इस विच शुगर संबंधी जागरूकता ते इलाज तो लैके रोकथाम तक कई अहम तजवीज़ां पेश कीतियां गईयां हन, जिस नाल शुगर तो जूझ रहे मरीजों समेत वो लोग जिन्हां नूं डायबिटीज़ होने का खतरा ज़्यादा है नूं भी इस संबंधी जागरूक किया जाएगा। इस संबंधी खुशी जाहिर करदिया ब्रैम्पटन साउथ MP सोनिया सिद्धू ने कहा कि ये सिर्फ मेरे लिए नहीं बल्कि हर उस व्यक्ति लिए बहुत वड्डी राहत अते खुशी की खबर है कि बिल C-237 नूं अज रॉयल असेंट मिल गया है। ये डायबिटीज़ प्रति गंभीरता नाल काम कर रहे सारे लोगों की जित है। खुशी की गल यह है कि इसे ही साल कैनेडा विच होई इंसुलिन की खोज की 100वीं बरेगंढ है अते इसे ही साल मेरे वालों पेश किया गया बिल C-237 पास हो गया है। 11 मिलियन कैनेडियन डायबिटीज़ अते प्री डायबिटीज़ तो इस समय जूझ रहे हैं। उन्हां विच वड्डी गिनती साडे साउथ एशियन भाईचारे दी भी है। शुगर की बीमारी अपने नाल कई होर गंभीर बीमारियां नूं जन्म दिंदी है जो कई बार जानलेवा साबित हुंदियां हन। ब्रैम्पटन साउथ MP सोनिया सिद्धू ने ब्रैम्पटन वासियों को कोविड-19 वैक्सीन रजिस्ट्रेशन करवाने की कीती अपील। ब्रैम्पटन साउथ MP सोनिया सिद्धू ने ब्रैम्पटन साउथ वासियों समेत समूह कैनेडियंस नूं कहा कि कोविड-19 महामारी के कारण बीतिया कुछ समा साडे सारिਆਂ ਲਈ ही औखा ਅਤੇ चुनौतीपूर्ण भरिया रहा है, पर जिमें जिमें हुण जिंदगी मुड़ तो लीह ते परत रही है तो साडी जिम्मेवारी होर बन जाती है कि असी सेहत माहिरां दे दिशा निर्देशों की पालना करते रहिए। उन्होंने जानकारी दिंदियां कहा कि 70% कैनेडियंस नूं कोविड-19 वैक्सीन की एक डोज लग चुकी है जबकि 30% कैनेडियंस का टीकाकरण मुकम्मल हो चुका है। सूबियां अते प्रदेशों नूं 43 मिलियन वैक्सीन डोज मिल चुकियां हैं अते 34 मिलियन तो ज़्यादा वैक्सीन खुराकां का प्रबंधन किया जा चुका है। इस दे नाल ही MP सिद्धू ने ब्रैम्पटन साउथ के वासियों नूं वैक्सीन लगवाउण की अपील की। सोनिया सिद्धू ने कहा कि कैनेडा वैक्सीन के मामले में पहले नंबर पर पहुँच गया है अते अजिहा तुहाडे सारिਆਂ ਵੱਲੋਂ ਕੀਤੇ गए जतनां सदका हो सकिया है। इस समय जिन्हां ने वैक्सीन नहीं लगवाई ਜਾਂ अजे एक ही डोज लगवाई है वो जरूर इसलिए रजिस्टर करके टीकाकरण ਨੂੰ मुकम्मल करन ਤਾਂ जो ਅਸੀਂ ਸਾਰੇ ही इस महामारी तो सुरक्षित ढंग नाल बाहर आ सकीए ਅਤੇ ਜ਼ਿੰਦਗੀ ਨੂੰ ਆਮ ਵਾਂਗ ਬਤੀਤ ਕਰ ਸਕੀਏ। खेड जगत तो कुछ खबरां। विंबलडन टेनिस टूर्नामेंट सानिया ते बेथानी दी जोड़ी ने दूजे गेड़ विच बनाई थां। सानिया ते बेथानी ने हौली शुरुआत की पर बाद विच लय हासिल कर लई।
ਤੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਅਮਰੀਕਾ ਤੇ ਚਿਲੀ ਦੀ ਜੋੜੀ ਨੂੰ 1 ਘੰਟਾ 27 ਮਿੰਟ ਵਿੱਚ 7-5-6 ਦੇ ਨਾਲ ਹਰਾਇਆ। ਪਹਿਲੇ ਸੈੱਟ ਵਿੱਚ ਮੁਸ਼ਕਿਲ ਜਿੱਤ ਤੋਂ ਬਾਅਦ ਦੂਜੇ ਸੈੱਟ ਵਿੱਚ ਸਾਨੀਆ ਤੇ ਬੇਟਾਨੀ ਨੇ ਅਲੈਕਸਾ ਦੀ ਸਰਵਿਸ ਤੋੜ ਕੇ 3-1 ਨਾਲ बढ़त बनाई, जिस तो बाद इस जोड़ी ਨੂੰ ਸੈੱਟ ਤੇ ਮੈਚ ਜਿੱਤਣ ਵਿੱਚ ਕੋਈ ਪਰੇਸ਼ਾਨੀ नहीं हुई। श्रीलंका विरुद्ध आखिरी वनडे मैच ਲਈ इंग्लैंड की टीम भी शामिल होया बल्लेबाज टॉम बेंटन। श्रीलंका विरुद्ध खेडी जा रही वनडे सीरीज़ के आखिरी मैच तो पहला इंग्लैंड टीम विच विकेटकीपर बल्लेबाज टॉम बेंटन नूं टीम विच शामिल किया गया है। इंग्लैंड और श्रीलंका के विचाले वीरवार नूं दूजा वनडे जबकि तीजा और आखिरी मैच ऐतवार नूं खेडिया जाएगा। बेंटन ने डेविड मलान की जगह लई है, जो फिलहाल निजी कारणों करके इंग्लैंड की वनडे टीम तो गैरहाजिर रहेंगे। इंग्लैंड क्रिकेट ने इस गल की जानकारी अपने ट्विटर अकाउंट के जरिए दी है। इंग्लैंड क्रिकेट ने ट्वीट करते हुए कहा कि श्रीलंका के नाल तीजे रॉयल लंडन वनडे के लिए टॉम बेंटन नूं साडी टीम वनडे विच शामिल किया गया है। पिछले हफ्ते जॉर्ज बटलर श्रीलंका विरुद्ध सीमित ओवरां की सीरीज़ तो बाहर हो गए सन। 23 जून नूं सोफिया गार्डन विच इंग्लैंड की पहली T20 जित विच बटलर के पैर ते सट लग गई सी। पहले वनडे मैच विच क्रिस वोक्स ने 4 दौड़ां बनाईयां जबकि डेविड विली ने 3 विकेट हासिल कीतियां। इस तो पहला जो रूट ने एक शानदार अर्ध सैकड़ा बना के इंग्लैंड नूं श्रीलंका ते 5 विकेट्स नाल जित दर्ज करने विच मदद की। UAE के क्रिकेटर आमिर ते अशफाक ते ICC ने लगाया 8 साल का बैन। अंतरराष्ट्रीय क्रिकेट परिषद ने UAE के क्रिकेटर्स आमिर हयात और अशफाक अहमद ते उन्होंने भ्रिष्टाचार रोकू जाबते की उलंघना का दोष पाए जाने ते 8 साल की पाबंदी लगा दी है। इस दौरान वो किसी भी तरह क्रिकेट नाल कोई संपर्क नहीं रख पाएंगे। इस तो पहला दोवां ते 13 सितंबर 2020 ਨੂੰ रोक लाई गई सी, जदों उन्होंने UAE विच 2019 विच T20 विश्व कप क्वालीफायर के संबंध में भ्रिष्ट रवैये लई अस्थाई रूप नाल मुअत्तल किया गया सी। इंग्लैंड वर्सेस श्रीलंका। इंग्लैंड ने श्रीलंका नूं 8 विकेट्स नाल हराया। इंग्लैंड ते श्रीलंका विचाले 3 वनडे मैचेस की सीरीज़ का दूजा मैच लंडन विच वीरवार नूं खेडिया गया। इंग्लैंड ने टॉस जीत के पहला गेंदबाजी करने का फैसला किया सी। पहला बल्लेबाजी करते हुए श्रीलंका ने इंग्लैंड नूं 242 दौड़ां का टीचा दिता सी। जवाब विच टीचे का पिछा करन उतरी इंग्लैंड की टीम ने यह मैच 8 विकेट्स नाल जित के 3 मैचेस की वनडे सीरीज़ विच 2-0 नाल बढ़त बना लई है। हुण वनडे सीरीज़ का आखिरी मुकाबला ब्रिस्टल विच 4 जुलाई नूं खेडिया जाएगा। श्रीलंका टीम वालों शानदार बल्लेबाजी करते हुए धनंजय ने 91 गेंदा विच 13 चौकियां की मदद नाल 91 दौड़ां बनाईयां। इंग्लैंड टीम वालों गेंदबाजी करते हुए सैम क्यूरनेन ने 5 विकेट हासिल कीतियां ते डेविड विली ने 4 विकेट हासिल कीतियां। अज दे दिन का इतिहास। 2 जुलाई 1940 भारत विच बरतानिया हुकूमत ने सुभाष चंद्र बोस नूं गिरफ्तार करके उसके घर विच नज़रबंद कर दिता। 2 जुलाई 1976 उत्तरी वियतनाम और दक्षिणी वियतनाम इकट्ठे होकर एक देश बने। 2 जुलाई 1978 भाई अमरीक सिंह सिख स्टूडेंट्स फेडरेशन के प्रधान बने। 2 जुलाई 1961 अंग्रेजी लेखक अर्नेस्ट हेमिंगवे ने खुदकुशी की थी। 2 जुलाई 1995 फोर्ब्स मैगजीन ने बिल गेट्स नूं दुनिया का अमीर व्यक्ति घोषित किया। 2 जुलाई 2011 भारतीय राजनेता चतुरानंद मिश्रा का देहांत होया। कल फिर मिलांगे नवीं खबरों के नाल। मैनू दिओ इजाजत, तब तक देखते रहो अपना पसंदीदा चैनल प्रीत पंजाबी। स्टे होम, स्टे सेफ, खुश रहो। सत श्री अकाल।